नीति आयोग की मीटिंग ਦੇ ਵਿੱਚ सीएम भगवंत मान ने एमएसपी की गारंटी सने चुके कई मुद्दे एमएसपी कमेटी ਨੂੰ ਵੀ ਦੁਬਾਰਾ ਗਠਿਤ ਕਰਨ ਦੀ ਕੀਤੀ ਮੰਗ ਕਿਹਾ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਕੱਢਣ ਦੇ ਲਈ एमएसपी ਲਾਜ਼ਮੀ। ਪਟਿਆਲਾ ਦੀ ਸੈਂਟਰਲ ਜੇਲ੍ਹ ਚੋਂ 19 ਮੋਬਾਈਲ ਬਰਾਮਦ, ਫਰਸ਼ ਤੇ ਕੰਧਾਂ 'ਚ ਟੋਏ ਕਰਕੇ ਲੁਕੋਏ ਹੋਏ ਸਨ ਫੋਨ। ਜੇਲ੍ਹ ਮੰਤਰੀ ਨੇ ਅਫਸਰਾਂ ਦੀ ਡਿਊਟੀ ਦੀ ਦਿੱਤੀ ਦਾਦ, ਕਿਹਾ ਜਲਦ ਮੋਬਾਈਲ ਤੇ ਨਸ਼ਾ ਮੁਕਤ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ। AK-47 ਨਾਲ ਹੀ ਦਾਗੀਆਂ ਗਈਆਂ ਸਨ ਮੂਸੇਵਾਲੇ ਤੇ ਗੋਲੀਆਂ। ਫੋਰੈਂਸਿਕ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ, ਰੂਪਾ ਤੇ ਮਨੂਕੂਸਾ ਤੋਂ ਬਰਾਮਦ ਹੋਈ ਸੀ AK-47 ਤੇ 9mm ਪਿਸਟਲ। ਕੁਰੂਕਸ਼ੇਤਰ RDX ਮਾਮਲੇ ਦੇ ਵਿੱਚ ਵੱਡਾ ਖੁਲਾਸਾ, ਮੁਲਜ਼ਮ ਰੋਬਿਨਪ੍ਰੀਤ ਨੇ ਆਪਣੀ ਕਾਰ ਦੇ ਵਿੱਚ ਪਹੁੰਚਾਇਆ ਸੀ RDX, ਸ਼ਮਸ਼ੇਰ ਨੇ ਰੱਖਿਆ ਸੀ ਹਾਈਵੇ ਦੇ ਕਿਨਾਰੇ। ਪੁਲਿਸ ਨੇ 3 ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਮੁਹਾਲੀ 'ਚ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ, ਲਾਂਡਰਾ ਰੋਡ ਤੇ TDI ਸੁਸਾਇਟੀ ਵਿੱਚ ਕੀਤੀ ਰੇਡ, ਕਈ ਲੋਕਾਂ ਨੂੰ ਲਿਆ ਹਿਰਾਸਤ। ਅਕਾਲੀ ਵਿਧਾਇਕ ਮਨਪ੍ਰੀਤ ਆਲੀ ਦੇ ਤੇਵਰ ਬਰਕਰਾਰ, ਬੋਲੇ ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ, ਪਰ ਦੂਜੀ ਪਾਰਟੀ ਵਿੱਚ ਜਾਣ ਦੀ ਗੱਲ ਨੂੰ ਨਕਾਰਿਆ। ਓਲੰਪਿਕ ਸਕਿਨ ਵਾਇਰਸ ਨੂੰ ਲੈ ਕੇ ਅਲਰਟ ਤੇ ਪੰਜਾਬ ਸਰਕਾਰ, हैदराबाद ਤੋਂ 에ਅਰਲਿਫਟ ਕਰਕੇ ਮੰਗਵਾਏ ਗੋਟਪੌਕਸ ਦੇ ਇੰਜੈਕਸ਼ਨ। न्यूज़ 18 ਦੇ ਬੋਲੇ ਮੰਤਰੀ ਲਾਲਜੀਤ ਭੁੱਲਰ, ਪਸ਼ੂ ਪਾਲਕਾਂ ਨੂੰ ਪਹੁੰਚਾਈ ਜਾ ਰਹੀ ਪੂਰੀ ਮਦਦ। ਕਾਮਨਵੈਲਥ ਵਿੱਚ ਭਾਰਤ ਨੇ ਰਚਿਆ ਇਤਿਹਾਸ, ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਬ੍ਰੌਂਜ਼। ਤਾਂ ਮਹਿਲਾ ਕ੍ਰਿਕਟ ਟੀਮ ਦੀ ਗੋਲਡ ਤੇ ਨਜ਼ਰ, ਰਾਤੀ 9:30 ਵਜੇ ਆਸਟ੍ਰੇਲੀਆ ਦੇ ਨਾਲ ਫਾਈਨਲ ਮੁਕਾਬਲਾ। न्यूज़ 18 पंजाब हरियाणा हिमाचल वेख रहे दर्शकों का स्वागत है। मैं हाँ गगनदीप चौहान ते इस वेले दे बुलेटिन की शुरुआत है अहम खबर दे नाल। नीति आयोग की मीटिंग दे विच सीएम ने कई मसले चुके ने। एमएसपी की लीगल गारंटी का मुद्दा भी चुकया गया। नीति आयोग की मीटिंग हुण तो कुछ देर पहले मुकम्मल हुई है। एमएसपी कमेटी को मुड़ बनाने की मंग की गई है। सीएम ने यह कहा एमएसपी की लीगल गारंटी का मुद्दा उन्होंने चुकया। फसली चक्कर चों किसानों को कड्ढण का मसला जिहड़ा हैगा ਇਹ ਵੀ ਚੁੱਕਿਆ ਤੇ ਫਸਲੀ ਚੱਕਰ ਚੋਂ ਕੱਢਣ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਿੱਤੇ ਜਾਣਾ ਜ਼ਰੂਰੀ ਹੈ। ਮੀਟਿੰਗ ਦੇ ਵਿੱਚ ਸਭ ਦੀਆਂ ਗੱਲਾਂ ਸੁਣੀਆਂ ਗਈਆਂ ਨੇ। ਪ੍ਰਧਾਨ ਮੰਤਰੀ ਨੇ ਨੁਕਤੇ ਵੀ ਨੋਟ ਕੀਤੇ ਨੇ ਤੇ ਅਸੀਂ ਪ੍ਰਧਾਨ ਮੰਤਰੀ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦਾ ਕਿਸਾਨ ਹਰੀ ਕ੍ਰਾਂਤੀ ਦੇ ਲਈ ਅੱਗੇ ਆਇਆ। ਪੀਐਮ ਨੂੰ ਸੁਝਾਅ ਦਿੱਤਾ ਕਿ ਦਾਲਾਂ ਅਸੀਂ ਪੈਦਾ ਕਰਕੇ ਦੇਵਾਂਗੇ। ਨੈਸ਼ਨਲ ਐਜੂਕੇਸ਼ਨ ਪਾਲਿਸੀ, ਪੰਜਾਬ ਵਿੱਚ ਐਜੂਕੇਸ਼ਨ ਦਾ ਹਾਲ ਮਾੜਾ ਹੈਗਾ। ਸੀਐਮ ਨੇ ਕਿਹਾ ਪੰਜਾਬ ਦੇ ਸਿੱਖਿਆ ਹਾਲਾਤ ਸੁਧਾਰ ਰਹੇ ਆ। ਕੁੜੀਆਂ ਦੇ ਲਈ ਸ਼ਟਲ ਬੱਸਾਂ ਜਿਹੜੀਆਂ ਨੇ ਉਹ ਚਲਾਵਾਂਗੇ। ਸ਼ਹਿਰਾਂ ਨੂੰ ਸਾਫ਼ ਸੁਥਰਾ ਕਰਨ ਦੇ ਲਈ ਪਾਲਿਸੀ ਜਿਹੜੀ ਹੈਗੀ ਉਹ ਬਣਾਈ ਜਾਵੇਗੀ। G20 ਮੀਟਿੰਗ ਦੇ ਲਈ ਅੰਮ੍ਰਿਤਸਰ ਦਾ ਸੱਦਾ ਦਿੱਤਾ ਹੈ। ਕੇਂਦਰ ਨੂੰ G20 ਮੀਟਿੰਗ ਲਈ ਸੁਝਾਅ ਦਿੱਤਾ ਹੈ। ਅਸੀਂ ਆਪਣੀਆਂ ਮੰਗਾਂ ਲਿਖਤੀ ਤੌਰ ਤੇ ਦਿੱਤੀਆਂ ਨੇ ਤੇ ਮੀਟਿੰਗ ਦੇ ਵਿੱਚ ਭਰੋਸਾ ਸਾਨੂੰ ਮਿਲਿਆ ਹੈ। ਹੁਣ ਦੱਸ ਦਈਏ ਕਿ ਅੱਜ ਨੀਤੀ ਆਯੋਗ ਦੀ ਮੀਟਿੰਗ ਸੀਗੀ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸੂਬਿਆਂ ਦੇ ਮੁੱਖ ਮੰਤਰੀ ਪਹੁੰਚੇ ਸੀਗੇ ਇਸ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਸੀ। ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਪ੍ਰਧਾਨ ਮੰਤਰੀ ਨੂੰ ਮਿਲੇ ਵੀ ਸੀਗੇ ਨਿੱਜੀ ਤੌਰ ਤੇ। ਇਸ ਮੀਟਿੰਗ ਤੋਂ ਪਹਿਲਾਂ ਦੀਆਂ ਤਸਵੀਰਾਂ ਔਰ ਮੀਟਿੰਗ ਦੌਰਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੀਆਂ। ਪ੍ਰਧਾਨ ਮੰਤਰੀ ਨੂੰ ਕਈ ਸਾਰੇ ਸੁਝਾਅ ਦਿੱਤੇ ਗਏ ਨੇ, ਕਈ ਸਾਰੇ ਮਸਲੇ ਜਿਹੜੇ ਹੈਗੇ ਉਹ ਚੁੱਕੇ ਗਏ ਨੇ। ਐਮਐਸਪੀ ਦੀ ਲੀਗਲ ਗਾਰੰਟੀ ਦਾ ਮਸਲਾ ਚੁੱਕਿਆ ਗਿਆ, ਐਮਐਸਪੀ ਕਮੇਟੀ ਦਾ ਮਸਲਾ ਚੁੱਕਿਆ ਗਿਆ ਤੇ ਇਸ ਦੇ ਨਾਲ ਨਾਲ ਫਿਊਚਰ ਪਲੈਨਿੰਗ ਕਿਸ ਤਰੀਕੇ ਦੀ ਹੈਗੀ ਹੈ ਪੰਜਾਬ ਸਰਕਾਰ ਦੀ, ਉਹ ਵੀ ਕਿਤੇ ਨਾ ਕਿਤੇ ਮੁੱਖ ਮੰਤਰੀ ਨੇ ਦੱਸਿਆ। G20 ਮੀਟਿੰਗ ਦੇ ਲਈ ਅੰਮ੍ਰਿਤਸਰ ਆਉਣ ਦਾ ਸੱਦਾ ਵੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ। अकाली विधायक मनप्रीत आली दे तेवर बरकरार, फेसबुक ते लाइव होकर स्पष्ट किया अपना स्टैंड, बोले मैं आज भी अपने स्टैंड ते हाँ कायम। मनप्रीत आली बोले उन्हें कुछ दिन पहला सुखबीर बादल दे नाल भी की मुलाकात, झूंदा कमेटी की रिपोर्ट लागू करने का दिता सुझाव, पार्टी की मजबूती मेरा मकसद। संसद विच पंजाब के मुद्दों लैके जनता तो सुझाव लैणगे राघव चड्ढा, जारी किया मोबाइल नंबर, बोले संसद दे विच आवाज़ होगी मेरी, गल होगी तुहाडी। मूसेवाला कतलकांड दे विच इस्तेमाल हथियारों को लैके वड्डा खुलासा, रूपा ते कुस्सा तो बरामद हथियारों के नाल ही मूसेवाला ते होए सन फायर। फोरेंसिक जांच ਦੇ ਵਿੱਚ ਹਥਿਆਰਾਂ ਦੀ ਹੋਈ ਸ਼ਨਾਖਤ, ਸ਼ੂਟਰਾਂ ਨੇ AK-47 ਤੇ 9mm ਦੀ ਪਿਸਟਲ ਦੇ ਨਾਲ ਮੂਸੇਵਾਲਾ ਤੇ ਚਲਾਈਆਂ ਸਨ ਗੋਲੀਆਂ। ਐਨਕਾਊਂਟਰ ਵਾਲੀ ਥਾਂ ਤੋਂ ਬਰਾਮਦ ਹੋਏ ਸਨ ਹਥਿਆਰ।
ਜਗਰੂਪ ਰੂਪਾ ਤੇ ਮਨੂਕੂਸਾ ਤੋਂ ਮਿਲੇ 2 ਮੋਬਾਈਲ ਫੋਨਾਂ ਦੀ ਵੀ ਜਾਂਚ ਕਰ ਰਹੀ ਹੈ ਫੋਰੈਂਸਿਕ ਟੀਮ। ਸਮਾਰਟਫੋਨ ਤੇ ਕੀਪੈਡ ਫੋਨ ਦਾ ਜੁਟਾਇਆ ਜਾ ਰਿਹਾ ਡੇਟਾ। ਮੋਹਾਲੀ ਵਿੱਚ ਪੁਲਿਸ ਦਾ ਵੱਡਾ ਸਰਚ ਆਪਰੇਸ਼ਨ। ਲਾਂਡਰਾ ਰੋਡ ਤੇ TDI ਸੁਸਾਇਟੀ ਵਿੱਚ ਕੀਤੀ ਗਈ ਰੇਡ। ਪੁਲਿਸ ਨੇ ਕਈ ਲੋਕਾਂ ਨੂੰ ਲਿਆ ਹਿਰਾਸਤ ਵਿੱਚ। ਮੁਕਤਸਰ ਵਿੱਚ ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਨਿਕਲਿਆ ਫਰਜ਼ੀ। ਪੁਲਿਸ ਜਾਂਚ ਦੇ ਵਿੱਚ ਹੋਇਆ ਖੁਲਾਸਾ। ਪੁਲਿਸ ਦੇ ਮੁਤਾਬਿਕ ਰੇਕੀ ਕਰਨ ਨਹੀਂ ਆਇਆ ਸੀ ਨੌਜਵਾਨ। CCTV ਵਿੱਚ ਘਰ ਦੇ ਬਾਹਰ ਮੂੰਹ ਢੱਕ ਕੇ ਘੁੰਮਦਾ ਨਜ਼ਰ ਆਇਆ ਸੀ ਨੌਜਵਾਨ। ਲੰਪਿੰਗ ਸਕਿਨ ਬਿਮਾਰੀ ਨੂੰ ਲੈ ਕੇ ਅਲਰਟ ਤੇ ਪੰਜਾਬ ਸਰਕਾਰ। ਹੈਦਰਾਬਾਦ ਤੋਂ 에ਅਰਲਿਫਟ ਕਰਕੇ ਮੰਗਵਾਇਆ ਗੋਟਪੌਕਸ ਦਾ ਟੀਕਾ। ਨਿਊਜ਼ 18 ਤੇ ਬੋਲੇ ਮੰਤਰੀ ਲਾਲਜੀਤ ਭੁੱਲਰ। ਪਸ਼ੂ ਪਾਲਕਾਂ ਨੂੰ ਪਹੁੰਚਾਈ ਜਾ ਰਹੀ ਹੈ ਹਰ ਸੰਭਵ ਮਦਦ। ਪੰਜਾਬ ਦੇ ਵਿੱਚ ਲੰਪਿੰਗ ਸਕਿਨ ਵਾਇਰਸ ਦਾ ਕਹਿਰ। 20,000 ਤੋਂ ਵੱਧ ਪਸ਼ੂ ਵਾਇਰਸ ਦੀ ਜਦ ਦੇ ਵਿੱਚ ਹੁਣ ਤੱਕ 400 ਤੋਂ ਵੱਧ ਪਸ਼ੂਆਂ ਦੀ ਹੋ ਚੁੱਕੀ ਹੈ ਮੌਤ। ਸੰਗਰੂਰ ਵਿੱਚ ਵੀ ਲੰਪਿੰਗ ਸਕਿਨ ਵਾਇਰਸ ਦਾ ਕਹਿਰ। ਛਾਜਲੀ ਗਊਸ਼ਾਲਾ ਦੇ ਵਿੱਚ ਹਰ ਰੋਜ਼ ਤਕਰੀਬਨ 6 ਗਾਵਾਂ ਦੀ ਹੋ ਰਹੀ ਮੌਤ। ਤਕਰੀਬਨ 200 ਗਾਵਾਂ ਬਿਮਾਰੀ ਦੀ ਜਦ ਵਿੱਚ। ਦਲ ਖਾਲਸਾ ਵੱਲੋਂ 15 ਅਗਸਤ ਨੂੰ ਘਰਾਂ ਤੇ ਕੇਸਰੀ ਝੰਡੇ ਚੜਾਉਣ ਦੇ ਪ੍ਰੋਗਰਾਮ ਤੇ STPC ਨੇ ਦਿੱਤਾ ਜਵਾਬ। ਕਿਹਾ ਇਹ ਉਹਨਾਂ ਦਾ ਨਿੱਜੀ ਪ੍ਰੋਗਰਾਮ। ਸ਼੍ਰੋਮਣੀ ਕਮੇਟੀ 10 ਅਗਸਤ ਨੂੰ ਦੱਸੇਗੀ ਆਪਣਾ ਫੈਸਲਾ। ਫਾਜ਼ਿਲਕਾ ਦੇ ਪਿੰਡ ਤੇਜਾ ਰੋਹੇਲਾ ਦੇ ਵਿੱਚ ਇੱਕ ਸ਼ਖਸ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ। ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ। ਦੋਸਤ ਦੇ ਨਾਲ ਬਾਹਰ ਗਿਆ ਸੀ ਸ਼ਖਸ। ਖਾਣਾ ਖਾਣ ਤੋਂ ਬਾਅਦ ਹੋਈ ਮੌਤ। ਜਲੰਧਰ ਵਿੱਚ ਬਜ਼ੁਰਗ ਟਰੈਵਲ ਏਜੰਟ ਦੇ ਨਾਲ ਕੁੱਟਮਾਰ। ਨਕਲੀ ਵੀਜ਼ਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਇਲਜ਼ਾਮ। ਲੋਕਾਂ ਨੇ ਟਰੈਪ ਲਗਾ ਕੇ ਟਰੈਵਲ ਏਜੰਟ ਨੂੰ ਕੀਤਾ ਕਾਬੂ। ਕੀਤਾ ਪੁਲਿਸ ਦੇ ਹਵਾਲੇ। ਗੋਹਾਣਾ ਦੇ ਰੋਟਾ ਪਾਰਕ ਦੇ ਨੇੜੇ 17 ਜੁਲਾਈ ਨੂੰ ਮਿਲੀ ਲਾਸ਼ ਦੀ ਹੋਈ ਪਛਾਣ। ਪਿੰਡ ਬੜੌਤਾ ਦਾ ਰਹਿਣ ਵਾਲਾ ਸੀ ਮ੍ਰਿਤਕ। ਦੁਕਾਨ ਤੇ ਮਿਹਨਤ ਮਜ਼ਦੂਰੀ ਕਰਕੇ ਚਲਾਉਂਦਾ ਸੀ ਘਰ ਦਾ ਗੁਜ਼ਾਰਾ। ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ। ਪਟਿਆਲਾ ਕੇਂਦਰੀ ਜੇਲ੍ਹ ਤੋਂ 19 ਮੋਬਾਈਲ ਫੋਨ ਬਰਾਮਦ। ਜੇਲ੍ਹ ਦੀ ਸਪੈਸ਼ਲ ਚੈਕਿੰਗ ਦੌਰਾਨ ਮਿਲੇ ਫੋਨ। ਕੰਧਾਂ ਤੇ ਫਰਸ਼ ਦੇ ਵਿੱਚ ਹੋਲ ਕਰਕੇ ਲੁਕੋ ਕੇ ਰੱਖੇ ਗਏ ਸੀ ਮੋਬਾਈਲ। ਗੋਬਿੰਦ ਸਾਗਰ ਝੀਲ ਦੇ ਵਿੱਚ ਡੁੱਬਣ ਕਾਰਨ ਹੋਈ ਨੌਜਵਾਨ ਦੀ ਮੌਤ। ਮਾਮਲੇ ਦੇ ਵਿੱਚ ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ। ਬੋਲੇ ਹਿਮਾਚਲ ਤੇ ਪੰਜਾਬ ਸਰਕਾਰ ਤੋਂ ਹਾਲੇ ਤੱਕ ਜਾਰੀ ਨਹੀਂ ਹੋਈ ਰਕਮ। ਰੋਹਤਕ ਵਿੱਚ ਰੇਲਵੇ ਲਾਈਨ ਤੋਂ ਉਤਰੇ ਮਾਲ ਗੱਡੀ ਦੇ 4 ਡਿੱਬੇ। ਦਿੱਲੀ ਰੋਹਤਕ ਰੇਲਵੇ ਲਾਈਨ ਪ੍ਰਭਾਵਿਤ। ਗੜਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਖਸਤਾ। ਲੋਕਾਂ ਨੂੰ ਚੱਲਣੀ ਪੈ ਰਹੀ ਹੈ ਪਰੇਸ਼ਾਨੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਦਿੱਤੀ ਸਖਤ ਚੇਤਾਵਨੀ। ਆਉਣ ਵਾਲੇ ਸਮੇਂ ਵਿੱਚ ਕਰਾਂਗੇ ਸੰਘਰਸ਼। ਰਾਜਪੁਰਾ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ। ਸੜਕਾਂ ਤੇ ਵੱਡੇ ਹਾਦਸਿਆਂ ਨੂੰ ਦੇ ਰਹੇ ਨੇ ਸੱਦਾ। ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਜਾ ਰਿਹਾ ਕੋਈ ਪ੍ਰਬੰਧ। ਪਿਛਲੇ ਦਿਨੀ ਹੋਈ ਬਾਰਿਸ਼ ਦੇ ਨਾਲ ਮੁਕਤਸਰ ਸਾਹਿਬ ਦੇ ਵਿੱਚ ਅਜੇ ਵੀ ਖੜਿਆ ਪਾਣੀ। ਕਿਸਾਨਾਂ ਦੀਆਂ ਫਸਲਾਂ ਹੋਈਆਂ ਬਰਬਾਦ ਤਾਂ ਸਕੂਲ ਵਿੱਚ ਵੀ ਵੜਿਆ ਪਾਣੀ। ਸਕੂਲ 'ਚ ਪਾਣੀ ਭਰਨ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਹੋ ਰਿਹਾ ਨੁਕਸਾਨ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਮਜਬੂਰ ਹੋਏ ਅਧਿਆਪਕ। ਹਿਮਾਚਲ ਦੇ ਮੰਡੀ ਦੇ ਪਿੰਡ ਭਰੈੜਾ ਦੇ ਵਿੱਚ ਜਾਨ ਨੂੰ ਜੋਖਮ ਵਿੱਚ ਪਾ ਕੇ ਸਕੂਲ ਜਾਂਦੇ ਨੇ ਬੱਚੇ। ਪੁਲ ਨਾ ਹੋਣ ਕਰਕੇ ਪਾਣੀ ਵਿੱਚੋਂ ਲੰਘ ਕੇ ਪਾਰ ਕਰਨੀ ਪੈਂਦੀ ਹੈ ਨਦੀ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਪੁਲ ਬਣਾਉਣ ਦੀ ਕੀਤੀ ਮੰਗ। ਗੁਰੂਗ੍ਰਾਮ ਦੇ ਵਿੱਚ ਭਾਰੀ ਮੀਂਹ ਕਾਰਨ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਭਰਿਆ ਪਾਣੀ। ਸੈਕਟਰ 22 ਦੇ ਘਰਾਂ ਦੇ ਵਿੱਚ ਵੜਿਆ ਪਾਣੀ। ਲੋਕ ਘਰਾਂ ਦੇ ਅੱਗੇ ਮਿੱਟੀ ਦੇ ਕੱਟੇ ਲਾ ਕੇ ਰੋਕ ਰਹੇ ਨੇ ਮੀਂਹ ਦਾ ਪਾਣੀ। ਪੀਣ ਦੇ ਪਾਣੀ ਨੂੰ ਤਰਸੇ ਅਬੋਹਰ ਦੇ ਪਿੰਡ ਤੂਤਵਾੜਾ 'ਚ ਰਹਿਣ ਵਾਲੇ ਲੋਕ। ਕਿਹਾ 10 ਮਹੀਨੇ ਤੋਂ ਨਸੀਬ ਨਹੀਂ ਹੋਇਆ ਸਪਲਾਈ ਦਾ ਪਾਣੀ। ਵਾਟਰ ਵਰਕਸ ਦਾ ਬਿਜਲੀ ਕਨੈਕਸ਼ਨ ਕੱਟਿਆ ਹੋਇਆ। ਬਟਾਲਾ ਦੇ ਪਿੰਡ ਹਸਨਪੁਰ ਦੇ ਵਿੱਚ ਮਨਾਇਆ ਗਿਆ ਤੀਆਂ ਦਾ ਤਿਉਹਾਰ। ਕੁੜੀਆਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਮਨਾਏ ਜਸ਼ਨ। ਬੇਟੀ ਬਚਾਓ ਬੇਟੀ ਪੜ੍ਹਾਓ ਦਾ ਦਿੱਤਾ ਸੁਨੇਹਾ। ਕਾਮਨਵੈਲਥ ਖੇਡਾਂ ਦੇ ਵਿੱਚ ਭਾਰਤ ਨੇ ਰਚਿਆ ਇਤਿਹਾਸ। ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਬ੍ਰੌਂਜ਼। ਬਾਕਸਿੰਗ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ। ਅਮਿਤ ਪੰਗਾਲ ਤੇ ਨੀਤੂ ਘਨਗਸ ਨੇ ਭਾਰਤ ਦੀ ਝੋਲੀ ਪਾਏ ਸੋਨੇ ਦੇ ਤਗਮੇ।
ਰੋਹਤਕ ਦਾ ਰਹਿਣ ਵਾਲਾ ਬਾਕਸਰ ਅਮਿਤ ਪੰਗਾਲ ਗੋਲਡ ਜਿੱਤਣ ਤੋਂ ਬਾਅਦ ਪਰਿਵਾਰ ਵਿੱਚ ਮਨਾਏ ਗਏ ਜਸ਼ਨ ਲੋਕਾਂ ਨੇ ਨੱਚ ਟੱਪ ਕੇ ਇੱਕ ਦੂਜੇ ਨੂੰ ਦਿੱਤੀਆਂ ਵਧਾਈਆਂ। Express the importance of agriculture diversification and need why we need to be self-sufficient, especially in edible oil. So he mentioned that we are importing edible oil worth 1 lakh crore of rupees, and we are meeting nearly half of our total demand of edible oil from import. Then state after state, almost every state shared their experience that how they are moving in the direction of diversification, how they are diversifying, especially those states where there is some sort of stress on natural resources, stress on water. So Punjab, Haryana, so like that the states share their experience in terms of what kind of incentive they are giving to farmer to shift the cropping pattern. Couple of states they came out with exact numbers that they are giving 8,000, 5,000 like that. Then right from Andhra Pradesh up to West Bengal, they told about whatever achievement they are making in increasing production of some of them in pulses, some of them in edible oils. And also states made suggestions that if they are helped in a particular way, they can go for diversification in a much faster manners. So I can't go state by state. I have written what Rajasthan said and what others said. But overall impression was that states were quite cooperative and they are already working in this direction, both for diversification and also for achieving this self-sufficiency. And both may not be synonyms, but everybody expressed that they are working in this direction. Just a second. Pardon? Sir, any intervention required from the central government in this regard? One of the rather two states they just mentioned about making MSP for pulses and oil seeds effective, and I have also noted that Rajasthan Chief Minister also expressed that if Rajasthan get better irrigation in 13 districts, they can spread area under mustard in a very big way, and that will also help in achieving self-sufficiency. These states also talked about, particularly Northeast, how they were expanding area under oil palm cultivation. Like Arunachal Pradesh, they have a target of 40,000. So this year they are bringing 4,000 hectare under this. Similarly, Tripura and like that. So mainly the demand which came was that MSP in case of pulses and edible oil need to be made more effective. Thank you, sir. Sir, I have a couple of questions. Number one, because what we see from the agenda that it was proposed that this pulses you want to increase up to certain number like 510 lakh ton, something like that. And also for edible oil, there's about 40% increase that that is the target. So that's also much less than what we actually require. That's number one. And number 2 point, sir, you talked about diversification of crops, but the same year, this year, because of wheat and rice problem, our secretary, our ministers, they are asking states to grow more wheat and rice. That's quite contrast to what the government policy is. So a clarity on that. And the last question, sir, you talked about cooperative federalism. I think Naveen Patnaik had raised this question. If there is a problem between center and states, Niti Aayog should be the ombudsman. Can you just give a comment on that? As far as pulses are concerned, if you look at data for last 5-6 years, we have made substantive progress in increasing production output of pulses.
And in fact, we are exporting little bit pulses also, and we are importing some pulses. In the case of pulses, we are now deficit only in Masur and to some extent in Arhar. In the other kind of pulses, we are very close to self-sufficiency, and it has happened because last 5 years there is a big increase in production of especially chickpea, chana. So, in case of pulses, our import dependence is now less than 7-8%. But in case of edible oil, the import dependence is still almost 50%. So that's why independent mission on palm oil, other oil seeds, the situation in case of oil seeds is quite serious as far as dependence on import is concerned. I'm coming to that. You just asked that if that is the case, then why government, some official made statement about ਸੋ ਨੀਤੀ ਆਯੋਗ ਦੀ ਮੀਟਿੰਗ ਜਿਹੜੀ ਹੋਈ ਹੈ ਉਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀਗੇ ਰਮੇਸ਼ ਚੰਦਨ, ਨੀਤੀ ਆਯੋਗ ਦੇ ਮੈਂਬਰ ਨੇ, ਔਰ ਉਸ ਦੇ ਵਿੱਚ ਉਹਨਾਂ ਨੇ ਕਈ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ। ਤੇ ਹੁਣ ਖਬਰ ਕੁਰੂਕਸ਼ੇਤਰ ਤੋਂ, ਜਿੱਥੇ ਸਾਂਸਦ ਨਾਇਬ ਸਿੰਘ ਸੈਣੀ ਨੇ ਐਗਰੀ ਜ਼ੋਨ ਕੰਪਨੀ ਦੇ 2 ਨਵੇਂ ਸੁਪਰ ਸੀਡਰ ਲਾਂਚ ਕੀਤੇ। ਇਸ ਨੂੰ ਲੈ ਕੇ ਐਗਰੀ ਜ਼ੋਨ ਨੇ ਕੁਰੂਕਸ਼ੇਤਰ ਦੇ ਵਿੱਚ ਇੱਕ ਸਮਾਗਮ ਕਰਵਾਇਆ, ਜਿਸ ਦੇ ਵਿੱਚ ਨਾਇਬ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੁਪਰ ਸੀਡਰ ਖਰੀਦਣ ਤੇ ਕਿਸਾਨਾਂ ਨੂੰ 50 ਤੋਂ 80% ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਕੰਪਨੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਐਗਰੀ ਜ਼ੋਨ ਸੁਪਰ ਸੀਡਰ ਬਹੁਤ ਵਧੀਆ ਹੈ ਅਤੇ ਇਸ ਨੂੰ ਚਲਾਉਣ ਦੇ ਨਾਲ ਟਰੈਕਟਰ ਦੇ ਵਿੱਚ ਤੇਲ ਦੀ ਖਪਤ ਘੱਟ ਹੁੰਦੀ ਹੈ ਅਤੇ ਇਹ ਕਿਸਾਨਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਜਿਸ ਨਾਲ ਕਣਕ ਸਣੇ ਕਈ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕੰਪਨੀ ਦੇ ਡੀਲਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਮਹਿਮਾਨਾਂ, ਕਿਸਾਨਾਂ ਅਤੇ ਕੰਪਨੀ ਦੇ ਡੀਲਰਾਂ ਦਾ ਧੰਨਵਾਦ ਕੀਤਾ। हमने एक नई जनरेशन का सुपर सीडर यहाँ पे लॉन्च किया। हमने 2 मॉडल सुपर सीडर के लॉन्च किए हैं, जिनको आप सुपर सीडर का पापा बोल सकते हो। तो ऐसा सुपर सीडर हमने लॉन्च किया जिसका हिंदुस्तान में किसी भी सुपर सीडर का उसका कोई मुकाबला नहीं कर सकता। तो उसको सुपर सीडर का पापा क्यों किया जाता है? एक तो हम उसकी 2 साल की वारंटी देते हैं, एक पार्ट उसका एग्रीजॉन कंपनी के अंदर बनता है। तीसरा, उसमें ट्रैक्टर की जो कम एचपी का ट्रैक्टर भी उसको चला सकता है और उसके ऊपर डीजल की खपत भी कम है। ये सभी चीजों को मिला के और उसमें टाटा स्टील जैसे लोहा को यूज किया जाता है, तो इन सभी को मिला के उसको सुपर सीडर का उसको पापा बना दिया गया। और ये नई जनरेशन का सुपर सीडर जैसे हरियाणा गवर्नमेंट किसानों को बड़ा उत्साहित कर रही है कि आप वो पराली को आग ना लगाएं और पराली के समाधान के लिए जो मशीनें जितेंद्र जी ने ये एक जबरदस्त सुपर सीडर मशीन एग्रीजॉन जो इंडस्ट्री है चलाते हैं, उसके माध्यम से सुपर सीडर मशीन यहाँ पर आज लॉन्च किया गया। इसके माध्यम से क्योंकि किसान को अब अपनी पराली को जलाना भी नहीं पड़ेगा, ये ऑटोमेटिक उस पराली को नीचे ही मिट्टी में मिला करके और उसको गेहूं को ये बीज डालने का खेत के अंदर काम करेगा और उसकी पैदावार के अंदर भी कोई फर्क नहीं पड़ेगा, उसकी पैदावार भी बढ़ेगी क्योंकि उसके अंदर जो पराली एक खाद के रूप में नीचे जमीन के अंदर मिक्स हो जाएगी तो उसकी उर्वर शक्ति बढ़ेगी। मैं जितेंद्र जी को और एग्रोजेन के सभी पदाधिकारियों को बहुत बहुत बधाई और शुभकामनाएं मैं देता हूं कि आज यहाँ पर जो सुपर सीडर 2 मशीनें आज लॉन्च की गई हैं, एक जो डाकर वाहन है, डाकर वाहन के अंदर चलेगी और एक जो रेतीला खेत है उस रेतीले खेत के अंदर भी ये मशीनें काम करेंगी। और सरकार भी, क्योंकि आदरणीय मुख्यमंत्री मनोहर लाल जी ने तो इस बात को लेकर के बड़ी प्रखरता से